रिकॉर्डिंग हाँ जी बेटा सो ਇਹਦੇ ਵਿੱਚ ਕੀ ਹੈ ਕਿ ਆਪਣੇ ਕੋਲ ਜਿਹੜਾ ਕੈਥੋਡ ਰੇ oscilloscope ਹੈ ਕੈਥੋਡ ਰੇ oscilloscope ਨੂੰ ਕਿੱਥੇ ਯੂਜ਼ ਕੀਤਾ ਜਾਂਦਾ ਹੈ ਕੈਥੋਡ ਰੇ oscilloscope ਨੂੰ ਯੂਜ਼ ਕਰਨ ਦਾ ਬੇਸਿਕ ਤਰੀਕਾ ਬੇਸਿਕ ਫਾਇਦਾ ਇਹ ਹੈ ਕਿ ਆਪਾਂ ਕੋਈ ਵੀ ਟਾਈਮ ਵੇਰਿੰਗ ਸਿਗਨਲ ਜਿਹੜਾ ਹੈ ਉਹਨੂੰ ਆਪਾਂ ਦੇਖ ਸਕਦੇ ਹਾਂ ਸਪੋਜ਼ ਕਰੋ ਆਪਣੇ ਕੋਲ ਆਪਣੇ ਘਰ ਦੇ ਵਿੱਚ ਇਲੈਕਟ੍ਰਿਸਿਟੀ ਆਉਂਦੀ ਹੈ 220 ਵੋਲਟ ਐਂਡ few amperes ਦਾ ਸਿਗਨਲ ਆਉਂਦਾ ਹੈ 50 ਹਰਟਜ਼ ਦਾ ਸਿਗਨਲ ਆਉਂਦਾ ਹੈ ਤਾਂ ਉਹਨੂੰ ਆਪਾਂ ਚੈੱਕ ਕਿੱਦਾਂ ਕਰ ਸਕਦੇ ਕਿ ਆਪਣੇ ਕੋਲ ਪਿੱਛੋਂ 50 ਹਰਟਜ਼ ਦਾ ਸਿਗਨਲ ਆ ਰਿਹਾ ਹੈ ਜਾਂ 220 ਵੋਲਟ ਹੀ ਆ ਰਹੀ ਹੈ ਜਾਂ ਆਪਣੇ ਕੋਲ ਕਿਹੜਾ ਸਿਗਨਲ ਆ ਰਿਹਾ ਹੈ whether it is a sinusoidal signal ਔਰ ਆਪਣੇ ਕੋਲ और समथिंग लाइक सातुत वेव आ रही है ਜਾਂ ਆਪਣੇ ਕੋਲ ਟ੍ਰਾਇੰਗੂਲਰ ਵੇਵ ਆ ਰਹੀ ਹੈ ਜਾਂ ਅਗਰ ਆਪਣੇ ਕੋਲ ਹਾਰਟ ਬੀਟ ਚੈੱਕ ਕਰਨੀ ਹੈ ਜਾਂ ECG ਹੈ ਕਿਸ ਤਰ੍ਹਾਂ ਚੈੱਕ ਕਰੋਗੇ ਉਹ ਸਾਰੇ ਦਾ ਸਾਰਾ ਜਿਹੜਾ ਫੰਡਾ ਹੈ ਉਹ ਕੈਥੋਡ ਰੇ oscilloscope ਦੇ ਨਾਲ ਹੀ ਇਵੋਲਵ ਹੁੰਦਾ ਹੈ ਸੋ ਕੈਥੋਡ ਰੇ oscilloscope ਜਿਹੜੀ ਹੈ ਆਪਣੇ ਕੋਲ ਹਰ ਜਗ੍ਹਾ ਅਵੇਲੇਬਲ ਹੈ ਜਿੱਥੇ ਆਪਾਂ ਨੂੰ ਟਾਈਮ ਵੇਰਿੰਗ ਸਿਗਨਲ ਅਗਰ ਆਪਾਂ ਕੋਈ ਵੀ ਵੋਲਟੇਜ ਸਿਗਨਲ ਜਾਂ ਕਰੰਟ ਸਿਗਨਲ ਦੇਖਣਾ ਹੈ ਤਾਂ ਆਪਾਂ ਇਹਨੂੰ ਦੇਖ ਸਕਦੇ ਹਾਂ ਸੋ ਆਪਾਂ ਇਹਦੀ ਬੇਸਿਕ ਡੈਫੀਨੇਸ਼ਨ ਜਿਹੜੀ ਦਿੱਤੀ ਹੋਈ ਹੈ ਬੇਟਾ ਤੁਹਾਡੀ ਔਨ ਦੀ ਸਕਰੀਨ ਸ਼ੋ ਹੋ ਰਿਹਾ ਹੋਵੇਗਾ ਆਈ ਹੋਪ ਤੁਹਾਨੂੰ ਆਡੀਓ ਵਗੈਰਾ ਕਲੀਅਰ ਹੈ So cathode ray oscilloscope is an instrument which can record simultaneous values of rapidly varying physical quantities. So rapidly varying physical quantities mostly ਆਪਾਂ time varying variation ਲਿਖਦੇ ਹਾਂ so ਉਹਦੇ ਵਿੱਚ ਕੀ ਹੈ ਆਪਣੇ ਕੋਲ ਇਹਨੂੰ ਰਿਕਾਰਡ ਕਰ ਸਕਦੇ ਹਾਂ ਆਪਾਂ ਨੂੰ ਰਿਕਾਰਡ ਕਰਕੇ ਲੇਟੈਸਟ ਸਟੇਜ ਦੇ ਵਿੱਚ ਦੇਖ ਵੀ ਸਕਦੇ ਹਾਂ ਸੋ oscilloscope ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਬੇਟਾ ਕੈਥੋਡ ਰੇ oscilloscope ਹੁੰਦੀ ਹੈ ਇੱਕ ਡਿਜੀਟਲ oscilloscope ਹੁੰਦੀ ਹੈ ਕੈਥੋਡ ਰੇ ਮਤਲਬ ਇਹਦੇ ਵਿੱਚ ਇਲੈਕਟ੍ਰੋਨ ਬੀਮ ਨੂੰ ਯੂਜ਼ ਕੀਤਾ ਜਾਏਗਾ ਕੈਥੋਡ ਦਾ ਮਤਲਬ ਹੁੰਦਾ ਹੈ ਬੇਟਾ ਇਲੈਕਟ੍ਰੋਨਸ ਸੋ ਇਲੈਕਟ੍ਰੋਨ ਨੂੰ ਯੂਜ਼ ਕਰਕੇ ਆਪਾਂ ਸਕਰੀਨ ਦੇ ਉੱਪਰ ਡਿਸਪਲੇ ਕਰਾਵਾਂਗੇ ਜਿਸ ਤਰ੍ਹਾਂ ਪੁਰਾਣੇ ਜ਼ਮਾਨੇ ਵਿੱਚ ਬਲੈਕ ਐਂਡ ਵਾਈਟ ਟੀਵੀ ਹੁੰਦੇ ਸੀਗੇ ਉਹਨਾਂ ਵਿੱਚ ਇਲੈਕਟ੍ਰੋਨ ਗਨ ਦੇ ਨਾਲ ਆਪਾਂ ਬੀਮ ਸ਼ੂਟ ਕਰਕੇ ਆਪਾਂ ਪਿਕਚਰਸ ਵਗੈਰਾ ਦੇਖਦੇ ਸੀਗੇ ਜਾਂ ਫਿਰ ਆਪਣੇ ਕੋਲ ਕਲਰ ਟੀਵੀ ਹੋ ਗਏ ਕਲਰ ਟੀਵੀ ਜਿਹੜੇ ਪੁਰਾਣੇ ਜ਼ਮਾਨੇ ਚ ਆਉਂਦੇ ਸੀ ਅੱਜ ਤੋਂ 20 ਸਾਲ ਪਹਿਲਾਂ ਉਹਨਾਂ ਦੇ ਵਿਚਕਾਰ ਵੀ ਆਪਾਂ ਕੈਥੋਡ ਰੇ oscilloscope ਹੀ ਯੂਜ਼ ਕਰਦੇ ਸੀ ਲੇਕਿਨ ਅੱਜ ਦੀ ਡੇਟ ਦੇ ਵਿੱਚ ਟੈਕਨੋਲੋਜੀ ਜਿਸ ਤਰ੍ਹਾਂ ਵੇਰੀ ਕਰ ਚੁੱਕੀ ਹੈ ਆਪਣੇ ਕੋਲ LED ਤੱਕ ਆ ਚੁੱਕੇ ਹੈ ਸੋ LED ਦੇ ਵਿੱਚ ਆਪਣੇ ਕੋਲ ਕੈਥੋਡ ਰੇ oscilloscope ਨਹੀਂ ਹੋਏਗੀ ਇਸੇ ਕਰਕੇ ਆਪਣਾ ਜਿਹੜਾ ਟੀਵੀ ਦਾ ਸਾਈਜ਼ ਹੈ ਬਹੁਤ ਜ਼ਿਆਦਾ ਘਟ ਚੁੱਕਾ ਹੈ ਬਹੁਤ ਜ਼ਿਆਦਾ ਥਿਨ ਹੋ ਚੁੱਕਾ ਹੈ ਜਸਟ ਲਾਈਕ ਮੋਬਾਈਲ ਦੇ ਉੱਪਰ ਵੀ ਆਪਣੇ ਕੋਲ ਸਕਰੀਨ ਡਿਸਪਲੇ ਹੁੰਦੀ ਹੈ ਉਹ ਸਕਰੀਨ ਜਿਹੜੀ ਹੈ ਉਹ ਜਾਂ ਤਾਂ LEDs ਦੀ ਬਣੀ ਹੋਏਗੀ ਜਾਂ ਫਿਰ ਲਿਕੁਇਡ ਕ੍ਰਿਸਟਲ ਡਿਸਪਲੇ ਜਾਂ ਫਿਰ ਜਿਹਨੂੰ ਤੁਸੀਂ LCD ਵੀ ਕਹਿੰਦੇ ਹੋ ਸੋ LCD ਜਾਂ LED ਟੋਟਲੀ ਡਿਫਰੈਂਟ ਕੰਸੈਪਟ ਹੈ ਐਂਡ ਕੈਥੋਡ ਰੇ ट्यूब ਜਿਹੜੀ ਹੈ ਉਹ ਡਿਫਰੈਂਟ ਕੰਸੈਪਟ ਹੈ ਸੋ ਕੈਥੋਡ ਰੇ ਜਿਹੜੀ ਟਿਊਬ ਹੈ ਉਹ 1980s ਤੋਂ ਲੈ ਕੇ 2000 ਦੇ ਜਿਹੜਾ ਏਰਾ ਸੀਗਾ ਉਹਦੇ ਵਿੱਚ ਜ਼ਿਆਦਾ ਯੂਜ਼ ਹੋਈ ਹੈ ਜਿਸ ਵੇਲੇ ਆਪਣੇ ਕੋਲ ਟੈਕਨੋਲੋਜੀ ਇਵੋਲਵ ਕਰ ਗਈ LCD ਜਾਂ LED ਵਾਲੀ ਉਸ ਦੇ ਨਾਲ ਕੀ ਹੈ ਇਹ ਚੀਜ਼ਾਂ ਦੀ ਜਿਹੜੀ ਇੰਪੋਰਟੈਂਸ ਸੀ ਘੱਟ ਹੋ ਗਈ ਲੇਕਿਨ ਕੈਥੋਡ ਰੇ oscilloscope ਜਿਹੜੀ ਹੈ ਖਾਸ ਕਰਕੇ ਆਪਣੇ ਕੋਲ ਕਾਫੀ ਜ਼ਿਆਦਾ ਕਿਫਾਇਤੀ ਵੀ ਹੈ ਤੇ ਐਂਡ ਇਹਨੂੰ ਆਪਾਂ ਯੂਜ਼ ਵੀ ਕਰਦੇ ਹਾਂ ਤੇ ਆਪਣੇ ਕੋਲ ਜਿਹੜੇ ਲੈਬੋਰੇਟਰੀ ਦੇ ਵਿੱਚ ਆਪਣੇ ਕੋਲ ਕਾਫੀ ਸਾਰੀਆਂ ਕੈਥੋਡ ਰੇ oscilloscope ਪਈਆਂ ਹੋਈਆਂ ਸ਼ਾਇਦ ਤੁਸੀਂ ਕਿਤੇ ਯੂਜ਼ ਕੀਤਾ ਕਿ ਨਹੀਂ ਕੀਤਾ ਫਿਲਹਾਲ ਦੀ ਘੜੀ ਲੇਕਿਨ ਜਦੋਂ ਵੀ ਤੁਸੀਂ EMF ਦਾ ਐਕਸਪੈਰੀਮੈਂਟ ਕਰੋਗੇ ਤੁਹਾਨੂੰ ਮੈਂ ਦਿਖਾਵਾਂਗਾ ਕਿਸ ਤਰ੍ਹਾਂ ਯੂਜ਼ ਕੀਤਾ ਜਾਂਦਾ ਹੈ ਤੇ ਜਾਂ ਫਿਰ ਅਗਰ ਆਪਾਂ ਕਿਸੇ ਵੀ ਸਿਗਨਲ ਦੀ ਵੇਰੀਏਸ਼ਨ ਚੈੱਕ ਕਰਨੀ ਹੈ ਤਾਂ ਅਗਰ ਆਪਣੇ ਕੋਲ ਕਈ ਤਰ੍ਹਾਂ ਦੇ ਐਂਡਰਸਨ ਐਕਸਪੈਰੀਮੈਂਟ ਹੋ ਸਕਦਾ ਹੈ ਜਾਂ ਕੋਈ ਹੋਰ ਤਰ੍ਹਾਂ ਦਾ ਐਕਸਪੈਰੀਮੈਂਟ ਹੋ ਸਕਦਾ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਮੈਂ ਤੁਹਾਨੂੰ ਕੁਝ ਨਾ ਕੁਝ ਛੋਟੇ ਜਿਹੇ ਕ੍ਰੋਲਰੀਜ਼ ਵਗੈਰਾ ਕਰਵਾ ਕੇ ਦਿਖਾ ਸਕਦਾ ਸੋ ਆਪਾਂ ਸਟਾਰਟ ਕਰਦੇ ਹਾਂ ਬੇਟਾ ਕੈਥੋਡ ਰੇ oscilloscope ਦੇ ਵਿੱਚ ਕੀ ਹੋਏਗਾ ਆਪਣੇ ਕੋਲ ਇਲੈਕਟ੍ਰੋਨ ਬੀਮ ਜਿਹੜਾ ਹੈ ਇਲੈਕਟ੍ਰੋਨ ਬੀਮ ਨੂੰ ਸ਼ੂਟ ਕੀਤਾ ਜਾਏਗਾ ਔਨ ਟੂ ਦੀ ਸਕਰੀਨ ਸੋ ਤੁਹਾਡੀ ਸਕਰੀਨ ਦੇ ਉੱਪਰ ਵਿਜ਼ੀਬਲ ਹੈ ਮੈਂ ਥੋੜਾ ਜਿਹਾ ਇਹਨੂੰ ਇਲੈਬੋਰੇਟ ਹੋਰ ਕਰ ਦਿੰਦਾ ਬੇਟਾ तो ਤੁਹਾਡੀ ਸਕਰੀਨ ਦੇ ਉੱਪਰ ਇੱਕ ਪਿਕਚਰ ਆ ਰਹੀ ਹੈ ਬੇਟਾ ਇੱਕ ਪੂਰੀ ਦੀ ਪੂਰੀ oscilloscope ਦੀ ਪਿਕਚਰ ਹੈ ਉਹ oscilloscope ਦੇ ਵਿੱਚ ਆਪਣੇ ਕੋਲ ਹੌਰੀਜ਼ੌਂਟਲ ਪਲੇਟਸ ਹੋਣਗੀਆਂ वर्टिकल प्लेट्स होणगीਆਂ ਸੋ ਤੁਹਾਡੇ ਕੋਲ ਲਿਖਿਆ ਹੋਇਆ ਬੇਟਾ ਤੁਹਾਡੇ ਕੋਲ वर्टिकल ਐਸ ਵੈਲ ਐਸ ਹੌਰੀਜ਼ੌਂਟਲ ਸਿਗਨਲ ਦੀ ਵੇਰੀਏਸ਼ਨ ਦੇ ਲਈ ਆਪਣੇ ਕੋਲ ਪਲੇਟਸ ਹੋਣਗੀਆਂ ਸੋ ਸਭ ਤੋਂ ਪਹਿਲਾਂ ਇਲੈਕਟ੍ਰੋਨ ਗਨ ਕੀ ਕਰੇਗੀ ਬੇਟਾ ਇਲੈਕਟ੍ਰੋਨ ਗਨ ਤੁਹਾਡੀ ਬੀਮ ਨੂੰ ਸ਼ੂਟ ਕਰੇਗੀ ਐਂਡ ਜਿਹੜਾ ਬੀਮ ਸ਼ੂਟ ਕੀ ਕਰੇਗੀ ਉਹਨੂੰ ਕੀ ਕਰਨਾ ਹੈ ਆਪਾਂ ਐਕਸ ਵਾਈ ਡਾਇਰੈਕਸ਼ਨ ਦੇ ਵਿੱਚ ਵੀ ਮੂਵ ਕਰਨਾ ਹੈ ਐਂਡ ਵਾਈ ਡਾਇਰੈਕਸ਼ਨ ਦੇ ਵਿੱਚ ਵੀ ਮੂਵ ਕਰਨਾ ਹੈ ਸੋ ਇਟ ਇਜ਼ अपना टीवी क्या होता है बेटा इट इज जस्ट लाइक ए व्हाइट बोर्ड और ब्लैक बोर्ड सो व्हाइट बोर्ड के ऊपर अगर आप कोई पिक्चर बनानी है तो हमेशा ही अपन की करना पड़ेगा एक्स एंड वाई डायरेक्शन के विचकार अपन नु सिग्नल नु वेरी करना पड़ेगा इससे करके हॉरिजॉन्टल एंड वर्टिकल प्लेट्स की अपन नु लोड पैंदी है एंड जो इलेक्ट्रॉन बीम है ਜਦੋਂ ਆਪਾਂ ਇਹਨਾਂ ਪਲੇਟਸ ਦੇ ਵਿਚਕਾਰ ਦੀ ਹੋ ਕੇ ਗੁਜ਼ਰਦਾ ਹੈ ਤਾਂ ਅਲਟੀਮੇਟਲੀ ਇਟ ਵਿਲ ਫਾਲ ਔਨ ਦੀ ਸਕਰੀਨ ਦੇ ਇਨਸਾਈਡ ਫਾਸਫਰ ਨਾਮ ਦਾ ਇੱਕ ਮਟੀਰੀਅਲ ਹੁੰਦਾ ਹੈ ਜਿਹੜਾ ਕਿ ਫਲੋਰਸੈਂਟ ਮਟੀਰੀਅਲ ਹੈ ਜਦੋਂ ਇਲੈਕਟ੍ਰੋਨਸ ਜਿਹੜੇ ਹੈ ਉਹ ਫਲੋਰਸੈਂਟ ਸਕਰੀਨ ਦੇ ਉੱਪਰ ਸਟ੍ਰਾਈਕ ਕਰਨਗੇ ਤਾਂ ਅਲਟੀਮੇਟਲੀ ਸਿੰਟੀਲੇਸ਼ਨਸ ਪ੍ਰੋਡਿਊਸ ਹੋਣਗੀਆਂ ਉਹਨਾਂ ਸਿੰਟੀਲੇਸ਼ਨਸ ਦੇ ਕੋਰਸਪੋਂਡਿੰਗ ਉਹ ਆਪਣੇ ਕੋਲ ਕੀ ਬਣੇਗਾ ਬੇਟਾ ਇੱਕ ਪਿਕਚਰ ਬਣੇਗੀ ਇੱਕ ਸਿਗਨਲ ਬਣੇਗਾ ਜਿਹੜਾ ਕਿ ਕਲਰਡ ਉਹਦਾ ਕਲਰ ਕੌਣ ਡਿਸਾਈਡ ਕਰੇਗਾ ਸਿੰਟੀਲੇਸ਼ਨ ਦਾ ਜਿਹੜਾ ਕਿ ਤੁਹਾਡਾ ਇਲੈਕਟ੍ਰੋਨ ਦਾ ਬੀਮ ਦੀ એનર્ਜੀ ਹੋਏਗੀ ਸੋ ਜਿੰਨੀ એનર્ਜੀ ਦਾ ਬੀਮ ਉਹਨੂੰ ਸਟ੍ਰਾਈਕ ਕਰੇਗਾ ਉਹਦੇ ਕੋਰਸਪੋਂਡਿੰਗ ਤੁਹਾਡੇ ਕੋਲ ਸਿੰਟੀਲੇਸ਼ਨ ਦਾ ਕਲਰ ਬਣੇਗਾ ਐਂਡ ਅਲਟੀਮੇਟਲੀ ਤੁਹਾਡੇ ਕੋਲ ਜਿਹੜੀ ਪੂਰੀ ਦੀ ਪੂਰੀ ਸਕਰੀਨ ਜਿਹੜੀ ਹੈ ਡਿਪੈਂਡਿੰਗ ਔਨ ਦੀ ਪਲੇਟ ਵੋਲਟੇਜ ਵੈਦਰ ਇਟ ਇਜ਼ ਅ ਹੌਰੀਜ਼ੌਂਟਲ ਪਲੇਟ ਔਰ whether it is a vertical plate ਤੁਹਾਡੇ ਕੋਲ ਅਲਟੀਮੇਟਲੀ ਸਕਰੀਨ ਦੇ ਉੱਪਰ ਕੁਝ ਨਾ ਕੁਝ ਪਿਕਚਰ ਡਿਪਿਕਟ ਹੋਏਗੀ
ठीक है जी। सो ਆਪਾਂ ਜਿਹੜੀ ਸਕਰੀਨ ਦੇਖਦੇ ਆ, ਆਪਾਂ ਮੂਵੀ ਵੀ ਦੇਖਦੇ ਆ, ਤਾਂ ਮੂਵੀ ਦਾ ਕੀ ਹੁੰਦਾ ਬੇਟਾ, ਫਰੇਮ ਬਾਈ ਫਰੇਮ ਆਪਾਂ ਨੂੰ ਫੋਟੋਜ਼ ਦਿਖਾਈ ਜਾਂਦੀਆਂ। ਹਿਊਮਨ ਆਈਜ਼ ਦੀ ਇੱਕ ਪਰਸੈਪਸ਼ਨ ਹੈ ਕਿ ਆਪਾਂ ਅਗਰ ਪੱਖੇ ਨੂੰ ਵੀ ਦੇਖਦੇ ਆ ਤੇ ਇੱਕ ਲਿਮਿਟ ਤੋਂ ਬਾਅਦ ਆਪਣੇ ਕੋਲ ਆਪਾਂ ਨੂੰ ਇਦਾਂ ਲੱਗਦਾ ਕਿ ਪੱਖੇ ਦੇ ਜਿਹੜੇ ਪਰ ਹੈਗੇ ਆ, ਜਿਹੜੇ ਇਹਦੇ ਫੈਨਸ ਹੈਗੇ ਆ, ਤਾਂ ਉਹ ਆਪਾਂ ਨੂੰ ਇਦਾਂ ਲੱਗਦਾ ਹੈ ਕਿ ਆਪਣੇ ਕੋਲ ਜਿਹੜੇ ਲਗਾਤਾਰ ਮੂਵ ਕਰਨਾ ਸ਼ੁਰੂ ਕਰ ਦਿੰਦੇ, ਇਸ ਤਰ੍ਹਾਂ ਲੱਗਦਾ ਹੈ ਕਿ ਆਪਣੇ ਕੋਲ ਜਿਹੜੇ ਇਹਦੇ ਵਿੰਗਸ ਹੈਗੇ ਆ, ਵਿੰਗਸ ਆਪਣੇ ਕੋਲ ਲਗਾਤਾਰ ਹੀ ਆ ਰਹੇ ਆ, ਮਤਲਬ ਇਹਦੇ ਵਿੱਚ ਇਹ ਤਿੰਨ ਵਿੰਗਸ ਨਹੀਂ ਹੈਗੇ, ਇਹਦੇ ਵਿੱਚ ਜ਼ਿਆਦਾ ਵਿੰਗਸ ਲੱਗੇ ਹੋਏ ਆ। तो उसी तरह अपने को अगर अपना फ्रेम बाय फ्रेम ਜਿਹੜੇ ਅਗਰ ਜਿਹੜੀ ਪਿਕਚਰਸ ਹੈ, ਅਗਰ ਉਹਨਾਂ ਨੂੰ ਮੂਵ ਕਰਨ ਦੀ ਸਪੀਡ ਵਧਾ ਦਈਏ, ਮਤਲਬ ਇੱਕ ਪਿਕਚਰ ਤੋਂ ਬਾਅਦ ਦੂਸਰੀ ਪਿਕਚਰ, ਦੂਸਰੀ ਤੋਂ ਬਾਅਦ ਤੀਸਰੀ ਪਿਕਚਰ ਕਰ ਦਈਏ, ਤਾਂ ਅਗਰ ਉਹਦੇ ਵਿਚਕਾਰ ਜਿਹੜਾ ਇੰਟਰਵਲ ਹੈ ਬਹੁਤ ਘੱਟ ਕਰ ਦਈਏ, ਮਤਲਬ ਇੱਕ ਤੋਂ ਬਾਅਦ ਦੂਸਰੀ ਪਿਕਚਰ ਆਉਣ ਦੇ ਵਿਚਕਾਰ ਜਿਹੜਾ ਇੰਟਰਵਲ ਹੈ, ਟਾਈਮ ਇੰਟਰਵਲ ਹੈ, ਬਹੁਤ ਥੋੜਾ ਕਰ ਦਈਏ, ਤਾਂ ਆਪਾਂ ਨੂੰ ਇਸ ਤਰ੍ਹਾਂ ਲੱਗੇਗਾ ਕਿ ਬਿਲਕੁਲ ਹੀ ਇੱਕ ਮੂਵੀ ਚੱਲ ਰਹੀ ਹੈ। ਠੀਕ ਹੈ ਜੀ। ਸੋ ਇਸ ਤਰ੍ਹਾਂ ਦੀ ਆਪਣੇ ਕੋਲ ਜਿਹੜੀ CRT ਹੋਏਗੀ, ਆਪਣੇ ਕੋਲ ਜਿਹੜਾ ਟੀਵੀ ਦਾ ਕੰਸੈਪਟ ਹੈ, ਫਰੇਮ ਬਾय ਫਰੇਮ 25 ਫਰੇਮ ਪਰ ਸੈਕਿੰਡ ਹੋ ਗਿਆ, 30 ਫਰੇਮ ਪਰ ਸੈਕਿੰਡ ਹੋ ਗਿਆ। ਸੋ HD ਪਿਕਚਰਸ ਕੀ ਹੁੰਦੀਆਂ, ਉਹ ਤੁਸੀਂ ਅਗਰ ਡਿਟੇਲ ਵਿੱਚ ਸਟੱਡੀ ਕਰੋਗੇ ਤਾਂ ਤੁਹਾਨੂੰ ਇਹ ਚੀਜ਼ਾਂ ਕਲੀਅਰ ਹੋ ਜਾਣਗੀਆਂ। ਸੋ ਅੱਜ ਦੀ ਡੇਟ ਦੇ ਜਿਹੜਾ ਆਪਾਂ ਗੱਲ ਕਰ ਰਹੇ ਹਾਂ CRO, ਸੋ ਕੈਥੋਡ ਰੇ ਸਿਲੋਸਕੋਪ, ਇਹਨੂੰ CRO ਦਾ ਨਾਮ ਵੀ ਦਿੱਤਾ ਜਾਂਦਾ ਹੈ। ਇਹ ਜਿਹੜਾ ਇਸ ਵਾਰ ਦਾ ਪੇਪਰ ਸੀਗਾ ਫਾਈਨਲ ਈਅਰ ਦਾ 5th ਸਮੈਸਟਰ ਦਾ, ਉਹਦੇ ਵਿੱਚ ਫੁੱਲ ਫਲੈਜ ਆਰਟੀਕਲ ਸੀਗਾ ਇਹ ਐਕਸਪਲੇਨ CRO। ਸੋ CRO ਦੇ ਵਿੱਚ ਆਪਣੇ ਕੋਲ ਇਲੈਕਟ੍ਰੋਨ ਗਨ ਦਿੱਤੀ ਹੋਈ ਹੈ, ਵਰਟੀਕਲ ਪਲੇਟਸ ਦਿੱਤੀਆਂ ਹੋਈਆਂ ਐਂਡ ਹੌਰੀਜ਼ੌਂਟਲ ਪਲੇਟਸ ਦਿੱਤੀਆਂ ਹੋਈਆਂ ਐਂਡ ਸਕਰੀਨ ਦਿੱਤੀ ਹੋਈ ਹੈ। ਬੇਸਿਕਲੀ ਇਹ ਸਾਰੇ ਦਾ ਸਾਰਾ ਕੰਮ ਕੌਣ ਕੀ ਕਰੇਗਾ, ਸਕਰੀਨ ਦੇ ਉੱਪਰ ਡਿਸਪਲੇ ਕਰਨ ਦਾ ਕੰਮ ਕਰੇਗਾ। ਲੇਕਿਨ ਇਹਨਾਂ ਨੂੰ ਸਿਗਨਲ ਨੂੰ ਚਲਾਉਣ ਦੇ ਲਈ ਇਹਨਾਂ ਸਿਗਨਲ ਵੋਲਟੇਜ ਲੈਵਲਸ ਨੂੰ ਮੇਨਟੇਨ ਕਰਨਾ ਪਏਗਾ। ਸੋ ਵੋਲਟੇਜ ਦੇ ਲੈਵਲ ਨੂੰ ਮੇਨਟੇਨ ਕਰਨ ਲਈ ਕੌਣ ਸਿਗਨਲ ਹੈ, ਵਰਟੀਕਲ ਪਲੇਟਸ ਐਂਡ ਹੌਰੀਜ਼ੌਂਟਲ ਪਲੇਟਸ ਨੂੰ ਸਿਗਨਲ ਕੌਣ ਦੇਗਾ, ਜਿਹੜਾ ਕਿ ਤੁਹਾਡਾ ਵਰਟੀਕਲ ਇਨਪੁਟ ਹੋਏਗੀ ਐਂਡ ਜਿਹੜੀ ਕਿ ਤੁਹਾਡੀ ਹੌਰੀਜ਼ੌਂਟਲ ਇਨਪੁਟ ਹੋਏਗੀ। ਸੋ ਜਿਹੜਾ ਤੁਸੀਂ ਜਿੱਦਾਂ ਸਪੋਜ਼ ਕਰੋ ਤੁਹਾਡੇ ਕੋਲ DD ਨੈਸ਼ਨਲ ਹੈ, तो DD ਨੈਸ਼ਨਲ ਦਾ ਜਿਹੜਾ ਤੁਸੀਂ ਸਿਗਨਲ ਰਿਸੀਵ ਕਰਦੇ ਹੋ ਜਾਂ ਫਿਰ ਜਿਹੜਾ ਤੁਸੀਂ ਕੇਬਲ ਦਾ ਸਿਗਨਲ ਰਿਸੀਵ ਕਰਦੇ ਹੋ, ਉਹਨੂੰ ਤੁਸੀਂ ਜਦੋਂ CRO ਦੇ ਨਾਲ ਜਾਂ CRT ਦੇ ਨਾਲ कैथोड रे ट्यूब ਦੇ ਨਾਲ ਕਨੈਕਟ ਕਰੋਗੇ ਤਾਂ ਉਹ ਦੋ ਤਰ੍ਹਾਂ ਦੇ ਸਿਗਨਲ ਪ੍ਰੋਵਾਈਡ ਕਰੇਗਾ। ਇੱਕ ਹੋਏਗਾ ਹੌਰੀਜ਼ੌਂਟਲ ਇਨਪੁਟ, ਇੱਕ ਹੋਏਗੀ ਵਰਟੀਕਲ ਇਨਪੁਟ। ਸੋ ਹੌਰੀਜ਼ੌਂਟਲ ਇਨਪੁਟ ਦੇ ਕੋਰਸਪੋਂਡਿੰਗ ਹੌਰੀਜ਼ੌਂਟਲ ਪਲੇਟਸ ਨੂੰ ਮੂਵ ਕੀਤਾ ਜਾਏਗਾ ਐਂਡ ਉਹਦੇ ਇਹਦੇ ਵਿੱਚ ਜਿਹੜੀ ਵਰਟੀਕਲ ਹੌਰੀਜ਼ੌਂਟਲ ਪਲੇਟਸ ਦੀ ਵੋਲਟੇਜ ਨੂੰ ਆਪਾਂ ਮੋਡੀਫਾਈ ਕਰਾਂਗੇ ਕਿ ਕਿੰਨੀ ਵੋਲਟੇਜ ਦੇ ਨਾਲ ਇਲੈਕਟ੍ਰੋਨ ਨੂੰ ਕਿੱਧਰ ਮੂਵ ਕੀਤਾ ਜਾਏਗਾ। ਉਹ ਸਾਰੀ ਕੈਲੀਬ੍ਰੇਸ਼ਨ ਹੁੰਦੀ ਹੈ। ਸੋ ਇਨਕੇ ਇਲੈਕਟ੍ਰੋਨ ਬੀਮ ਕਿੰਨੀ ਡਾਇਰੈਕਸ਼ਨ ਦੇ ਨਾਲ ਡਾਇਵਰਟ ਹੋਵੇਗਾ ਉਹ ਕੌਣ ਡਿਸਾਈਡ ਕਰੇਗਾ, ਹੌਰੀਜ਼ੌਂਟਲ ਇਨਪੁਟ ਐਸ ਵੈਲ ਐਸ ਵਰਟੀਕਲ ਇਨਪੁਟ। ਸੋ ਵਰਟੀਕਲ ਇਨਪੁਟ ਦੇ ਕੋਰਸਪੋਂਡਿੰਗ ਇੱਥੇ ਇੱਕ ਪਾਰਟਿਕੂਲਰ ਵੋਲਟੇਜ ਹੋਏਗੀ, ਹੌਰੀਜ਼ੌਂਟਲ ਇਨਪੁਟ ਦੇ ਕੋਰਸਪੋਂਡਿੰਗ ਆਪਣੇ ਕੋਲ ਇੱਥੇ ਇੱਕ ਪਾਰਟਿਕੂਲਰ ਵੋਲਟੇਜ ਹੋਏਗੀ। ਸੋ ਹੌਰੀਜ਼ੌਂਟਲ ਇਨਪੁਟ ਦੇ ਕੋਰਸਪੋਂਡਿੰਗ ਆਪਣੇ ਕੋਲ ਜਿਹੜਾ ਸਿਗਨਲ ਹੈ, ਬਿਕੋਜ਼ ਸਿਗਨਲ ਵੀਕ ਹੁੰਦਾ ਹੈ ਤਾਂ ਆਪਾਂ ਨੂੰ ਕੀ ਕਰਨਾ ਪੈਂਦਾ, ਹੌਰੀਜ਼ੌਂਟਲ ਐਂਪਲੀਫਾਇਰ ਲਗਾਉਣਾ ਪੈਂਦਾ ਹੈ। तो जस्ट लाइक ऑडियो एम्पलीफायर अपने को वोल्टेज एम्पलीफायर होंगे ਜਿਹੜੇ ਕਿ ਆਪਾਂ ਸਿਗਨਲ ਨੂੰ ਐਂਪਲੀਫਾਈ ਕਰਨ ਦੇ ਲਈ ਯੂਜ਼ ਕਰਾਂਗੇ। तो ਇਹਦੇ ਵਿੱਚ ਕੀ ਹੈ, ਫੀਡਬੈਕ ਆਪਣੇ ਕੋਲ ਜਿਹੜਾ ਆਪਣੇ ਕੋਲ ਇਹ ਕੈਪੈਸਿਟਰ ਲਗਾਇਆ ਹੋਇਆ, ਇਹਦੇ ਕ੍ਰਾਸ ਆਪਣੇ ਕੋਲ ਜਿਹੜੀ ਇੰਪੀਡੈਂਸ ਹੈ ਹਾਈ ਇੰਪੀਡੈਂਸ ਹੋਏਗੀ 10/6 ਓਮ ਦੀ। ਸੋ ਇਨਪੁਟ ਦੇ ਉੱਪਰ ਕਾਫੀ ਜ਼ਿਆਦਾ ਹਾਈ ਇੰਪੀਡੈਂਸ ਰੱਖੀ ਜਾਂਦੀ ਹੈ ਤਾਂ ਕਿ ਅਪਲਾਈਸ ਆਪਣਾ ਖਰਾਬ ਨਾ ਹੋਵੇ। ਇਸ ਕਰਕੇ ਆਪਣੇ ਕੋਲ ਵਰਟੀਕਲ ਇਨਪੁਟ ਦੇ ਐਂਪਲੀਫਾਇਰ ਦੀ ਵੀ ਲੋੜ ਪਏਗੀ, ਹੌਰੀਜ਼ੌਂਟਲ ਐਂਪਲੀਫਾਇਰ ਦੀ ਵੀ ਲੋੜ ਪਏਗੀ, ਬਿਕੋਜ਼ ਇਨਪੁਟ ਸਿਗਨਲ ਕਾਫੀ ਵੀਕ ਹੁੰਦਾ ਹੈ। ਸੋ ਇਹਨਾਂ ਨੂੰ ਯੂਜ਼ ਕਰਕੇ ਵਰਟੀਕਲ ਐਂਪਲੀਫਾਇਰ ਅਤੇ ਹੌਰੀਜ਼ੌਂਟਲ ਐਂਪਲੀਫਾਇਰ ਆਪਾਂ ਕੀ ਕਰਾਂਗੇ, ਆਪਾਂ ਇਹਨਾਂ ਨੂੰ ਡਾਇਰੈਕਟਲੀ ਸਿਗਨਲ ਦੇ ਦਾਂਗੇ ਵੋਲਟੇਜ ਦਾ, ਸੋ ਦੈਟ ਇਟ ਕੈਨ ਮੂਵ ਦੀ ਇਲੈਕਟ੍ਰੋਨ ਬੀਮ ਵਿਚ ਇਜ਼ ਡਾਇਰੈਕਟਲੀ ਪਾਸਿੰਗ ਅਪ ਟੂ ਦੀ ਸੈਂਟਰ। ਅਗਰ ਇਹਨਾਂ ਦੇ ਉੱਪਰ ਵੋਲਟੇਜ ਨਹੀਂ ਦੋਗੇ ਤਾਂ ਤੁਹਾਡਾ ਸਿਗਨਲ ਜਿਹੜਾ ਹੈ ਸੈਂਟਰ ਦੇ ਉੱਪਰ ਹੀ ਲਾਈ ਕਰੇਗਾ। ਅਗਰ ਇਹਨਾਂ ਨੂੰ ਵੋਲਟੇਜ ਦੇ ਦੋਗੇ ਤਾਂ ਸਿਗਨਲ ਤੁਹਾਡਾ ਲੈਫਟ ਰਾਈਟ ਐਂਡ दूसरी वाली डायरेक्शन ਵਿੱਚ वर्टिकल डायरेक्शन ਦੇ ਵਿੱਚ मूव ਕਰੇਗਾ। ठीक है जी। सो ये बेसिक कंसेप्ट हो गया वर्टिकल इनपुट ਦਾ, हॉरिजॉन्टल इनपुट ਦਾ। अगर ਆਪਾਂ ਕਿਸੇ ਸਿਗਨਲ ਨੂੰ ਦੇਖਣਾ ਹੈ CRO ਦੇ ਉੱਪਰ ਤਾਂ ਆਪਾਂ ਨੂੰ ਕੀ ਕਰਨਾ ਪਏਗਾ ਬੇਟਾ, ਆਪਾਂ ਨੂੰ ਅਗਰ ਸਿਗਨਲ ਦੇਖਣਾ ਹੈ, ਸਾਈਨ ਵੇਵ ਦੇਖਣੀ ਹੈ ਤਾਂ ਆਪਾਂ ਨੂੰ ਕੀ ਕਰਨਾ ਪਏਗਾ, ਸਿਗਨਲ ਨੂੰ वेरी करवाना पड़ेगा विद टाइम। सो आप वर्टिकल डायरेक्शन के ऊपर वर्टिकल इनपुट के ऊपर अपना सिग्नल देवांगे एंड हॉरिजॉन्टल डायरेक्शन के ऊपर अपना की देवांगे बेटा, एक टाइम वेरिंग सिग्नल देवांगे जिन्हों आप बोला जाता है स्वीप जनरेटर। सो स्वीप जनरेटर की होंदा है, एक साधुत वेव होती है जिहड़ी कि आप खुद जनरेट करते हैं, जिहदे नाल की है ऑटोमैटिकली टाइम वेरिएशन आपां नूं प्रोवाइड करते हैं। तो CRO दे विच ऑटोमैटिकली स्वीप जनरेटर दिता होंदा है जिहदे नाल तुहानूं विद टाइम तुहाडा सिग्नल वेरी होंदा दिखेगा। अदरवाइज की है अगर स्वीप जनरेटर नहीं देवांगे तो तुहाडे कोल सिर्फ एक डॉट ही वेरी होती दिखेगी that will be moving in the vertical direction। अगर horizontal direction सिग्नल मूव करवाना है तो ਤੁਹਾਨੂੰ ਇੱਕ ਟਾਈਮ ਵੇਰੀਏਸ਼ਨ ਉਹਦੀ ਦੇਣੀ ਪਏਗੀ। तो सिग्नल ਨੂੰ vertical direction मूव ਕਰਵਾਉਣ ਦੇ ਲਈ horizontally ਟਾਈਮ ਸਿਗਨਲ ਤੁਹਾਨੂੰ ਦੇਣਾ ਹੀ ਪਏਗਾ। तो ਤੁਸੀਂ ਐਕਸਟਰਨਲ ਸਿਗਨਲ ਵੀ ਲਗਾ ਸਕਦੇ ਹੋ, it will act as an external trigger, ਤੁਸੀਂ ਉਹਨੂੰ ਯੂਜ਼ ਕਰ ਸਕਦੇ ਹੋ। ਸੋ ਬੇਸਿਕਲੀ ਇਹ ਸਾਰਾ ਦਾ ਸਾਰਾ ਫੰਡਾ ਤੁਹਾਨੂੰ ਮੈਂ ਸਮਝਾ ਚੁੱਕਿਆ।
ਸੋ ਇਹ ਜਿ ਸੀਗਾ ਪੂਰੇ ਦਾ ਪੂਰਾ ਫੰਡਾ। ਬਾਕੀ ਆਪਾਂ ਲਿਟਰੇਚਰ ਜਿਹੜਾ ਬੁੱਕ ਦੇ ਵਿੱਚ ਲਿਖਿਆ ਹੋਇਆ ਉਹ ਆਪਾਂ ਸਟੱਡੀ ਕਰ ਲੈਣੇ ਆ। ਕੈਥੋਡ ਰੇ ਸਿਲੋਸਕੋਪ ਇਜ਼ ਐਸੈਂਸ਼ਲੀ ਇਲੈਕਟ੍ਰੋਸਟੈਟਿਕ ਇੰਸਟਰੂਮੈਂਟ ਹੈ। ਇਹ ਹਾਈਲੀ ਇਲੈਕਟ੍ਰੋਸਟੈਟਿਕ ਹੁੰਦਾ ਹੈ ਬੇਟਾ। ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ। ਅਗਰ ਤੁਸੀਂ ਆਪਣੇ ਜਿਹੜੇ ਬਾਜ਼ੂ ਆਪਣੀ ਬਾਂਹ ਜਿਹੜੀ ਹੈ, ਅਗਰ ਸੀਆ ਘਰ ਦੇ ਵਿੱਚ ਤੁਹਾਡੇ ਕੋਲ ਪੁਰਾਣਾ ਟੀਵੀ ਪਿਆ ਹੋਇਆ, ਅਗਰ ਉਹਨੂੰ ਔਨ ਕਰੋਗੇ ਤਾਂ ਅਗਰ ਤੁਸੀਂ ਆਪਣੀ ਬਾਂਹ ਜਿਹੜੀ ਹੈ ਬਿਲਕੁਲ ਕੋਲ ਲੈ ਕੇ ਜਾਓਗੇ ਤਾਂ ਤੁਹਾਡੇ ਵਾਲ ਖਿੱਚਣ ਲੱਗ ਜਾਏਗਾ ਆਟੋਮੈਟਿਕਲੀ, ਬਿਕਾਜ਼ ਉਹ ਜਿਹੜਾ ਇਲੈਕਟ੍ਰੋਸਟੈਟਿਕ ਪਾਰਟ ਹੈ। तो जिस तरह आप सिर ਦੇ ਵਿੱਚ ਕੰਘੀ ਫੇਰਦੇ ਆ ਤਾਂ ਉਹਦੇ ਨਾਲ ਕੀ ਹੈ, ਇਲੈਕਟ੍ਰੋਸਟੈਟਿਕ ਚਾਰਜ ਪ੍ਰੋਡਿਊਸ ਹੋ ਜਾਂਦਾ ਹੈ। ਆਪ ਆਪਣੇ ਵਾਲ ਵੀ ਖਿੱਚੇ ਜਾਂਦੇ ਆ। ਅਗਰ ਆਪਣੇ ਕੋਲ ਪਲਾਸਟਿਕ ਦਾ ਕੰਘਾ ਹੈਗਾ ਤਾਂ ਉਸ ਕੇਸ ਦੇ ਵਿੱਚ ਆਪਣੇ ਕੋਲ ਇਲੈਕਟ੍ਰੋਸਟੈਟਿਕ ਚਾਰਜ ਪ੍ਰੋਡਿਊਸ ਹੁੰਦਾ ਹੈ। ਸੋ ਇਹ ਵੀ ਇਸੇ ਤਰ੍ਹਾਂ ਦਾ ਕੁਝ ਕਨਸੈਪਟ ਹੈਗਾ। ਸੋ ਬਲੌਕ ਡਾਇਗਰਾਮ ਆਪਣੇ ਕੋਲ ਦਿੱਤੀ ਹੋਈ ਹੈ। ਸਿਗਨਲ ਆਪਣੇ ਕੋਲ ਐਂਪਲੀਫਿਕੇਸ਼ਨ ਦੇ ਥਰੂ ਹੌਰੀਜ਼ੌਂਟਲ ਐਂਡ ਵਰਟੀਕਲ ਪਲੇਟਸ ਦੇ ਉੱਪਰ ਆਏਗਾ। ਸਵੀਪ ਜਨਰੇਟਰ ਕੀ ਕਰੇਗਾ ਬੇਟਾ, ਲੈਫਟ ਤੋਂ ਰਾਈਟ ਵੱਲ, ਜਿਸ ਤਰ੍ਹਾਂ ਮੈਂ ਮੂਵ ਦੱਸਿਆ ਕਿ ਅਗਰ ਆਪਾਂ ਸਿਗਨਲ ਨੂੰ ਵੇਰੀ ਕਰਵਾਉਣਾ ਹੈ, ਸਿਗਨਲ ਨੂੰ ਦਿਖਾਉਣਾ ਹੈ ਤਾਂ ਲੈਫਟ ਤੋਂ ਰਾਈਟ ਵੱਲ ਆਪਾਂ ਨੂੰ ਕੀ ਕਰਨਾ ਪਏਗਾ, ਇੱਕ ਟਾਈਮ ਸਿਗਨਲ ਜਨਰੇਟ ਕਰਨਾ ਪਏਗਾ ਵਿਦ ਟਾਈਮ। ਸੌਰੀ ਸਿਗਨਲ ਜਿਹੜਾ ਹੈ ਆਪਾਂ ਟਾਈਮ ਦੇ ਨਾਲ ਵੇਰੀ ਕਰੇ। ਸੋ ਲੈਫਟ ਤੋਂ ਰਾਈਟ ਆਪਣਾ ਹੌਰੀਜ਼ੌਂਟਲ ਸਕਰੀਨ ਦੇ ਉੱਪਰ ਟਾਈਮ ਵੇਰੀ ਕਰੇਗਾ। ਵਰਟੀਕਲ ਸਕਰੀਨ ਦੇ ਉੱਪਰ ਆਪਣੇ ਕੋਲ ਕੀ ਆਏਗਾ, ਇੱਕ ਸਾਈਨ ਵੇਰਿੰਗ ਸਿਗਨਲ ਆਏਗਾ, ਸਿਨੁਸੋਇਡਲ ਸਿਗਨਲ ਆਏਗਾ। तो ਸਾਈਨ ਵੇਵ ਬਣਾਉਣ ਦੇ ਲਈ ਆਪਾਂ ਨੂੰ ਟਾਈਮ ਵੇਰੀਏਸ਼ਨ ਦੇਣੀ ਪਏਗੀ। ਸੋ ਗੇਨ ਆਫ ਵਰਟੀਕਲ ਐਂਪਲੀਫਾਇਰ ਇਜ਼ ਯੂਜ਼ਲੀ ਵੇਰੀਏਬਲ। ਸੋ ਵਰਟੀਕਲ ਐਂਪਲੀਫਾਇਰ ਦਾ ਗੇਨ ਜਿਹੜਾ ਆਪਾਂ ਵੇਰੀ ਕਰਦੇ ਆ, ਲੇਕਿਨ ਹੌਰੀਜ਼ੌਂਟਲ ਤਾਂ ਆਪਾਂ ਬਹੁਤਾ ਵੇਰੀ ਨਹੀਂ ਕਰਦੇ ਬਿਕਾਜ਼ ਆਪਾਂ ਸਵੀਪ ਜਨਰੇਟਰ ਯੂਜ਼ ਕੀਤਾ ਹੋਇਆ ਹੈ। ਅਗਰ ਆਪਾਂ ਕੋਈ ਐਕਸਟਰਨਲ ਦੂਸਰਾ ਸਿਗਨਲ ਯੂਜ਼ ਕਰਾਂਗੇ ਤਾਂ ਉਹਦੇ ਲਈ ਵੀ ਆਪਾਂ ਹੌਰੀਜ਼ੌਂਟਲ ਸਿਗਨਲ ਨੂੰ ਵੇਰੀ ਕਰਨ ਦੇ ਲਈ, ਐਂਪਲੀਫਾਈ ਕਰਨ ਦੇ ਲਈ ਯੂਜ਼ ਕਰਾਂਗੇ। ਉਸ ਤੋਂ ਬਾਅਦ ਇੰਟੈਂਸਿਟੀ ਕੰਟਰੋਲ ਵੀ ਆਪਾਂ ਯੂਜ਼ ਕਰਾਂਗੇ। ਇੰਟੈਂਸਿਟੀ ਕੰਟਰੋਲ ਅੱਗੇ ਆਏਗਾ ਬੇਟਾ। ਸੋ ਇਸ ਚੀਜ਼ ਦੇ ਵਿੱਚ ਬਲੌਕ ਡਾਇਗਰਾਮ ਆਫ ਸੀਆਰ, ਸੋ ਇਹ ਤੁਸੀਂ ਪੇਪਰ ਦੇ ਵਿੱਚ ਬਣਾਣੀ ਹੈ ਬੇਟਾ। ਸੋ ਕੈਥੋਡ ਰੇ ਟਿਊਬ, ਇਹਨੂੰ ਸੀਆਰਟੀ ਕਿਹਾ ਜਾਂਦਾ ਹੈ। ਇਸੇ ਉਹੀ ਚੀਜ਼ ਜਿਹੜੀ ਆਪਾਂ ਹੁਣ ਡਿਸਕਸ ਕੀਤੀ ਸੀ। ਕੈਥੋਡ ਰੇ ਟਿਊਬ ਜਿਹੜਾ ਛੋਟਾ ਜਿਹਾ ਪਾਰਟ ਸਭ ਤੋਂ ਪਹਿਲਾਂ ਮੈਂ ਕਾਫੀ ਇਲੈਬੋਰੇਟ ਕੀਤਾ ਹੈ। ਉਹਦੇ ਵਿੱਚ ਕਿਹੜੇ ਕਿਹੜੇ ਕੰਪੋਨੈਂਟਸ ਹੋਣਗੇ। ਸੋ ਪ੍ਰਿੰਸੀਪਲ ਕੀ ਹੈ, fast moving electrons can be deflected by electric and magnetic fields, and when these electrons fall on the fluorescent screen they can produce scintillation। ਸੋ ਅਗਰ ਇਹ ਜਿਹੜੇ ਇਲੈਕਟ੍ਰੋਨ ਹੈ ਇਹਨਾਂ ਨੂੰ ਡਿਫਲੈਕਟ ਕੀਤਾ ਜਾਂਦਾ ਹੈ ਬਿਕਾਜ਼ ਇਲੈਕਟ੍ਰੋਨ ਆਪਣਾ ਚਾਰਜ ਪਾਰਟੀਕਲ ਹੈ। ਇਹਨੂੰ ਇਲੈਕਟ੍ਰਿਕ ਐਂਡ ਮੈਗਨੈਟਿਕ ਫੀਲਡ ਨਾਲ ਡਿਫਲੈਕਟ ਕੀਤਾ ਜਾ ਸਕਦਾ ਹੈ ਫਰੋਮ ਲੈਫਟ ਟੂ ਰਾਈਟ ਔਰ above and below। so depending on the whether these are vertical plates or these are horizontal plates, and when these electrons fall on the fluorescent screen, ਜਦੋਂ ਇਲੈਕਟ੍ਰੋਨ ਸਕਰੀਨ ਦੇ ਉੱਪਰ ਫਾਲ ਕਰਨਗੇ ਤਾਂ scintillation ਪ੍ਰੋਡਿਊਸ ਕਰਨਗੇ and they will give rise to some color or some picture। ठीक है जी। सो कंस्ट्रक्शन की है बेटा, सब तो पहला अपने कोल एक इलेक्ट्रॉन गन होएगी। इलेक्ट्रॉन गन के कोरस्पोंडिंग अपने कोल उस तो बाद अपने कोल आएगा डिफ्लेक्टिंग सिस्टम। उस तो बाद की होएगा फ्लोरोसेंट स्क्रीन एंड टाइम बेस्ड सर्किट। टाइम बेस्ड सर्किट बहुत जरूरी है इस केस दे विच। सो अपने कोल पिक्चर आ गई बेटा, पिक्चर दे विच अपने सारा कुछ कवर कर लांगे। सो सब तो पहला पिक्चर दे विच की होएगा, इलेक्ट्रॉन गन होनी जरूरी है जी। सो इलेक्ट्रॉन गन की करेगी, इलेक्ट्रॉन गन जो ਆਪਾਂ ਇਹਨੂੰ ਹਾਈ ਵੋਲਟੇਜ ਦੇਵਾਂਗੇ, ਹਾਈ EST ਲਗਾਵਾਂਗੇ ਤੇ ਤੁਹਾਡੇ ਕੋਲ 20 ਆਲਮੋਸਟ 20000 ਵੋਲਟ ਤੱਕ ਜਨਰੇਟ ਕਰ ਦਿੰਦੀ ਹੈ HT ਜਿਹੜੀ EST ਜਿਹੜੀ ਹੁੰਦੀ ਹੈ। ਸੋ ਕਦੇ ਵੀ ਇਹਨੂੰ ਡਾਇਰੈਕਟਲੀ ਟੱਚ ਨਹੀਂ ਕਰਨਾ। ਅਗਰ ਤੁਹਾਡੇ ਘਰ ਚ ਪੁਰਾਣਾ ਟੀਵੀ ਪਿਆ ਹੋਇਆ ਤਾਂ ਕਦੀ ਓਪਨ ਕਰੋ ਤਾਂ ਇੱਕ ਬਲੈਕ ਜਿਹੇ ਕਲਰ ਦੀ ਇੱਕ ਸਮਾਲ ਜਿਹਾ ਪਾਵਰ ਸਪਲਾਈ ਦੇ ਨਾਲ ਲੱਗਾ ਹੁੰਦਾ ਹੈ। ਠੀਕ ਹੈ ਜੀ। ਕੋਈ ਛੋਟਾ ਜਿਹਾ ਬਾਕਸ ਜਿਹਾ ਹੁੰਦਾ ਹੈ, ਉਹਦੇ ਵਿੱਚ ਤੁਹਾਡੇ ਕੋਲ 20000 ਵੋਲਟ ਤੱਕ ਐਂਪਲੀਫਾਈ ਕਰਕੇ ਦੇ ਦਿੰਦਾ ਵੋਲਟੇਜ ਨੂੰ। ਸੋ ਇਹ ਕੀ ਕਰੇਗਾ, ਤੁਹਾਡੀ ਪਾਵਰ ਸਪਲਾਈ ਹੋਏਗੀ ਇਲੈਕਟ੍ਰੋਨ ਗਨ ਦੀ। ਸੋ ਕੀ ਕਰੇਗਾ, ਤੁਹਾਡੇ ਕੋਲ ਹਾਈ ਵੋਲਟੇਜ ਦੇ ਕੋਰਸਪੋਂਡਿੰਗ ਤੁਹਾਡੇ ਕੋਲ ਇਲੈਕਟ੍ਰੋਨ ਜਨਰੇਟ ਕਰੇਗਾ। ਸੋ ਇਲੈਕਟ੍ਰੋਨ ਜਨਰੇਟ ਜਿਹੜੇ ਹੋਏ ਹੈ ਉਹਨੂੰ ਕੀ ਕੀਤਾ ਜਾਏਗਾ ਬੇਟਾ, ਗ੍ਰਿਡ ਦੇ ਨਾਲ, ਜਿਹੜੀ ਗ੍ਰਿਡ ਹੈਗੀ ਹੈ ਉਹਦੇ ਨਾਲ ਕੰਟਰੋਲ ਕੀਤਾ ਜਾਏਗਾ ਕਿ ਕਿੰਨੇ ਇਲੈਕਟ੍ਰੋਨ ਆਪਾਂ ਅੱਗੇ ਭੇਜਣੇ ਆ। ਸੋ ਅਗਰ ਇਲੈਕਟ੍ਰੋਨ ਅਗਰ ਆਪਣੇ ਗ੍ਰਿਡ ਦੇ ਉੱਪਰ ਨੈਗੇਟਿਵ ਵੋਲਟੇਜ ਦੇਵਾਂਗੇ ਤਾਂ ਇਲੈਕਟ੍ਰੋਨ ਕੀ ਹੋਣਗੇ, ਜਿਹੜੇ ਇਸ ਤੋਂ ਰਿਪੈਲ ਹੋਣਗੇ। ਅਗਰ ਜਿੰਨਾ ਜ਼ਿਆਦਾ ਇਸ ਦੀ ਗ੍ਰਿਡ ਦੇ ਉੱਪਰ ਵੋਲਟੇਜ ਹੋਏਗਾ ਉਹਦੇ ਕੋਰਸਪੋਂਡਿੰਗ ਤੁਹਾਡੇ ਕੋਲ ਉਨਾ ਹੀ ਘੱਟ ਕਰੰਟ ਆਪਣੇ ਕੋਲ ਫਾਈਨਲੀ ਅਲਟੀਮੇਟਲੀ ਸਕਰੀਨ ਦੇ ਉੱਪਰ ਪਹੁੰਚੇਗਾ। ਸੋ ਜਿਹੜਾ ਸਿਗਨਲ ਹੈ ਕਿੰਨਾ ਡਿਮ ਹੋਣਾ ਚਾਹੀਦਾ ਹੈ, ਸੋ ਕਿੰਨਾ ਜਾਏ ਅਗਰ ਡਾਰਕ ਹੋਣਾ ਚਾਹੀਦਾ ਤੁਹਾਡਾ ਕਲਰ, ਉਹ ਕੌਣ ਡਿਸਾਈਡ ਕਰੇਗਾ, ਗ੍ਰਿਡ ਵੋਲਟੇਜ ਡਿਸਾਈਡ ਕਰੇਗੀ। ठीक है जी। उस तो बाद अपने को फोकसिंग नोट आनी चाहिए बिकॉज अपने ਜਿਹੜੇ ਇਲੈਕਟ੍ਰੋਨ ਨਿਕਲੇ ਆ ਕੋਈ ਕਦੇ ਵੀ ਆਪਣੇ ਕੋਲ ਫੋਕਸ ਨਹੀਂ ਹੁੰਦੇ। ਸੋ ਦੇ ਵਿਲ ਬੀ ਇਮਿਟਡ ਰੈਂਡਮਲੀ, ਸਟੈਟਿਸਟਿਕਲੀ ਇਹ ਗਵਰਨ ਹੋਏਗਾ। ਸੋ ਸਾਰੇ ਦੇ ਸਾਰੇ ਇਲੈਕਟ੍ਰੋਨ ਨਿਕਲਣਗੇ, ਉਹਨਾਂ ਨੂੰ ਫੋਕਸ ਕੌਣ ਕਰੇਗਾ, ਫੋਕਸਿੰਗ ਨੋਡ ਹੋਣਗੇ ਜਿਹਨੇ ਕਿ ਆਪਣੇ ਕੋਲ ਆਪਟਿਕਸ ਦੇ ਥਰੂ ਇਹਨਾਂ ਨੂੰ ਜਿਹੜੀ ਆਪਟਿਕਸ ਜਿਹੜੀ ਹੈ ਇਲੈਕਟ੍ਰੋਨਿਕਲ ਆਪਟਿਕਸ ਜਿਹੜੀ ਹੋਏਗੀ ਇਹਨਾਂ ਨੂੰ ਮੈਗਨੈਟਿਕ ਫੀਲਡ ਜਾਂ ਇਲੈਕਟ੍ਰਿਕ ਫੀਲਡ ਦੇ ਜਾਂ ਕਿਸੇ ਹੋਰ ਡਾਈਪੋਲ ਕੁਆਡਰਪੋਲ ਮੈਗਨੈਟਿਕ ਇਫੈਕਟਸ ਦੇ ਨਾਲ ਆਪਾਂ ਇਹਨੂੰ ਫੋਕਸ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਸੋ ਅਲਟੀਮੇਟਲੀ ਜਿਹੜਾ ਬੀਮ ਹੈ ਐਟ ਦੀ ਸਕਰੀਨ ਨੂੰ ਫੋਕਸ ਕੀਤਾ ਜਾਏਗਾ। ਉਸ ਤੋਂ ਬਾਅਦ ਆਪਣੇ ਕੋਲ ਵਰਟੀਕਲ ਡਿਫਲੈਕਟਿੰਗ ਪਲੇਟਸ ਜਿਹੜੀਆਂ ਹੈ ਆਪਣੇ ਕੋਲ ਸਕਰੀਨ ਦੇ ਉੱਪਰ ਜਿਹੜੀ ਤੁਸੀਂ ਦੇਖ ਰਹੇ ਹੋ, ਵਰਟੀਕਲ ਪਲੇਟਸ ਜਿਹੜੀਆਂ ਇਸ ਤਰ੍ਹਾਂ ਲਾਈਨ ਹੋਣਗੀਆਂ ਐਂਡ ਹੌਰੀਜ਼ੌਂਟਲ ਪਲੇਟਸ ਇਸ ਤਰ੍ਹਾਂ ਲਾਈਨ ਹੋਣਗੀਆਂ। ਤਾਂ ਤੁਹਾਡੇ ਸਕਰੀਨ ਜਿਹੜਾ ਤੁਹਾਡੇ ਕੋਲ ਸਿਗਨਲ ਹੈ, ਸਿਗਨਲ ਤੁਸੀਂ ਬੈਕਵਰਡ ਫਾਰਵਰਡ ਜਾਂ ਤੁਸੀਂ ਨੋਟ ਬੈਕਵਰਡ ਫਾਰਵਰਡ, ਤੁਸੀਂ ਲੈਫਟ ਐਂਡ ਰਾਈਟ ਮੂਵ ਕਰ ਸਕਦੇ ਹੋ, ਅਬਵ ਐਂਡ ਡਾਊਨ ਮੂਵ ਕਰ ਸਕਦੇ ਹੋ।
because you have a 2D screen, so backward forward ਤੁਸੀਂ move नहीं कर पाओगे, so because you have x and y not z। तो इस केस ਦੇ ਵਿੱਚ ਤੁਹਾਡੇ ਕੋਲ ਜਿਹੜੀ ਸਕਰੀਨ ਹੈ, ਸਕਰੀਨ ਦੇ ਉੱਪਰ ਅੰਦਰ ਵਾਲੀ ਸਾਈਡ ਦੇ ਉੱਪਰ ਆਪਣੇ ਕੋਲ ਜ਼ਿੰਕ ਸਲਫਾਈਡ ਸਕਰੀਨ ਦਿੱਤੀ ਹੋਏਗੀ, ਸੋ ਮੋਸਟਲੀ ਫਾਸਫਰ ਹੋਏਗਾ। ਸੋ ਉਹਦੇ ਵਿੱਚ ਕੀ ਹੈ, ਆਪਣੇ ਕੋਲ ਜਿਹੜਾ ਸਕਰੀਨ ਦੇ ਉੱਪਰ ਜੋ ਇਲੈਕਟ੍ਰੋਨ ਫਾਲ ਕਰਨਗੇ ਤਾਂ ਸਿੰਟੀਲੇਸ਼ਨ ਪ੍ਰੋਡਿਊਸ ਹੋਏਗੀ, तो सारी सारी जो ਸਕਰੀਨ ਇਲੂਮੀਨੇਟ ਕਰੇਗੀ ਉਹਦੇ ਕੋਰਸਪੋਂਡਿੰਗ ਤੁਹਾਡੇ ਕੋਲ ਪਿਕਚਰ ਬਣ ਜਾਏਗੀ। ਤੇ ਇਲੈਕਟ੍ਰੋਨ ਜਿਹੜਾ ਹੈ, ਇਲੈਕਟ੍ਰੋਨ ਇੱਥੇ ਇਕੱਠੇ ਨਾ ਹੋਣ, ਇਸ ਕਰਕੇ ਐਕਵਾ ਡੈਗ ਦੀ ਜਿਹੜੀ ਕੋਟਿੰਗ ਇਨਸਾਈਡ ਆਫ ਦੀ ਟਿਊਬ ਦੇ ਉੱਪਰ ਕੀਤੀ ਜਾਂਦੀ ਹੈ, ਸੋ ਦੈਟ ਇਲੈਕਟ੍ਰੋਨ ਕੈਨ ਰਿਟਰਨ ਬੈਕ ਐਂਡ ਦੇ ਕੈਨ ਡਿਸਚਾਰਜ। ਸੋ डिफ्लेक्टिंग प्लेट्स ਤੁਹਾਨੂੰ ਆਲਰੇਡੀ ਦੱਸ ਦਿੱਤੀ ਹੈ, ਸਕਰੀਨ ਵੀ ਸਮਝਾ ਦਿੱਤੀ ਹੈ ਬੇਟਾ ਸਕਰੀਨ ਕਿਸ ਤਰ੍ਹਾਂ ਦੀ ਹੋਏਗੀ। ਉਸ ਤੋਂ ਬਾਅਦ ਆਪਣੇ ਕੋਲ ਵਰਕਿੰਗ ਵੀ ਸਮਝਾ ਦਿੱਤੀ ਹੈ, ਇਹ ਸਾਰਾ ਦਾ ਸਾਰਾ ਪਾਰਟ ਜਿਹੜਾ ਹੈ ਮੈਂ ਆਲਰੇਡੀ ਬੇਟਾ ਤੁਹਾਨੂੰ ਸਮਝਾ ਚੁੱਕਿਆ ਹੈ। ਉਸ ਤੋਂ ਬਾਅਦ ਜਿਹੜਾ ਅਗਰ ਆਪਾਂ ਸਿਗਨਲ ਦੇਖਣਾ ਹੈ, ਸਪੋਜ਼ ਕਰੋ ਸਾਈਨ ਵੇਵ ਚੈੱਕ ਕਰਨੀ ਹੈ, ਤਾਂ ਆਪਾਂ ਸਾਧੁਤ ਵੇਵ ਦੇਵਾਂਗੇ, ਜਿਹੜੀ ਚੀਜ਼ ਮੈਂ ਆਲਰੇਡੀ ਦੱਸੀ ਹੋਈ ਹੈ। ਸਾਧੁਤ ਕੀ ਹੈ, ਸਾਧੁਤ ਵੇਵ ਕੀ ਹੋਏਗੀ ਬੇਟਾ, ਇਹ ਬਹੁਤ ਤੇਜ਼ੀ ਰਾਈਜ਼ ਕਰੇਗੀ ਐਂਡ ਇਸ ਤੋਂ ਵੀ ਜ਼ਿਆਦਾ ਤੇਜ਼ੀ ਨਾਲ ਇਹ ਫਾਲ ਕਰੇਗੀ। ਸੋ ਇਟ ਵਿਲ ਬੀ ਰਾਈਜ਼ਿੰਗ ਵਿਦ ਟਾਈਮ ਐਂਡ ਇਟ ਵਿਲ ਫਾਲ ਇਮੀਡੀਏਟਲੀ, मतलब एक थोड़े टाइम के लिए राइज करेगी, इंक्रीज करेगा टाइम, उस तो बाद बिल्कुल दोबारा स्टार्ट कर देगा। सो लेफ्ट साइड तो सिग्नल स्टार्ट होएगा, राइट साइड तक पहुंचेगा, इमीडिएटली बैक होके दोबारा लेफ्ट तो राइट तक सिग्नल जाना शुरू कर देगा। सो इट विल बी जस्ट लाइक टाइम स्वीपिंग। सो लूप जिहा बन जाएगा जेड़ा जिहदे विच की है लेफ्ट तो राइट वाली साइड वाल टाइम डिक्रीज करेगा, लेकिन जिहड़ा बैक वाला है वो बहुत जल्दी वापसी आ जाएगी। ठीक है जी। सो ये अपनी अखां दे नूं ये चीज मालूम नहीं हुंदी, पता नहीं लगता, बिकॉज अपनी अखां दी इन्नी परसेप्शन नहीं है, आपां इन्ना डूंगा नहीं देख सकते डूंगाई दे नाल इन्हां चीज़ां विच, बिकॉज अपनी अखां जिहड़ियां मैं तुहानूं ऑलरेडी फैन दी एग्जांपल दे चुका कि आपां विंग्स वगैरह नूं प्रॉपरली नहीं देख सकते। 3 विंग्स जिहड़े हैगे फैन दे उन्हां आपां प्रॉपरली नहीं देख पांदे जदों हाई स्पीड दे उपर रन करदा है। तो सिमिलरली जदों आपां जिहड़ा सिग्नल है हाई स्पीड दे उपर रन करांगे, हाई टाइम जिहड़ा है बहुत तेजी नाल पास करावांगे, तो उस केस विच अपने कोल जिहड़ा सिग्नल आएगा इस तरह लगेगा कि अपने को सामने कोई पिक्चर बनी हुई है, ते जिहड़ा सिग्नल है वो साइन वेव बनी हुई है, कोसाइन वेव बनी हुई है, अल्टीमेटली अपने को एक डॉट नहीं होएगा, एक वेव दिखेगी। सो इस तरह का कुछ कंसेप्ट है सीआरटी का। तो बाकी चीज़ां बेटा नेक्स्ट टाइम डिस्कस करांगे। डी सेंसिटिविटी की होंदी है, फिलहाल दी घड़ी तुसीं इन्ना एडजस्ट कर लो। नोट्स वगैरह तुहानूं बेटा मैं ग्रुप दे विच भेज दित्ते हैं, तो बाकी चीज़ां थैंक यू वेरी मच। अगर कोई डाउट्स वगैरह हैगे तो बेटा मैनूं डिस्कस कर लो।